ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਲਿਖੇ ਗਏ ਭਾਰਤੀ ਸੰਵਿਧਾਨ ਨੂੰ ਲੈ ਕੇ ਹਾਜ਼ਰ ਹੋਇਆ ਹਾਂ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਭਾਰਤੀ ਸੰਵਿਧਾਨ ਨੂੰ ਪੜ੍ਹਨ ਦਾ, ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਸੋ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਮੌਲਿਕ ਅਧਿਕਾਰ ਕਿੰਨੇ ਹਨ ਅਤੇ ਕਿਉਂ ਜਾਣਨੇ ਜ਼ਰੂਰੀ ਨੇ। ਇਸ ਵਿਸ਼ੇ 'ਤੇ ਅੱਜ ਆਪ ਜੀ ਦੇ ਨਾਲ ਗੱਲਬਾਤ ਕਰਾਂਗਾ। ਉਸ ਤੋਂ ਬਾਅਦ ਆਪਾਂ ਮੌਲਿਕ ਅਧਿਕਾਰਾਂ ਨੂੰ ਪੜ੍ਹਨਾ ਸ਼ੁਰੂ ਕਰਾਂਗੇ। ਸੋ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਸਤਿਗੁਰਾਂ, ਆਪਣੇ ਮਹਾਂਪੁਰਖਾਂ, ਆਪਣੇ ਰਹਿਬਰਾਂ ਨੂੰ ਹੋਈਏ ਨਤਮਸਤਕ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਜਦੋਂ ਸਾਨੂੰ ਕਿਸੇ ਵੀ ਪ੍ਰਸ਼ਨ ਦਾ ਉੱਤਰ ਪਤਾ ਲੱਗ ਜਾਂਦਾ ਹੈ ਨਾ, ਤਾਂ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ। ਤਾਂ ਫਿਰ ਉਸ ਪ੍ਰਸ਼ਨ ਦੇ ਉੱਤਰ ਨੂੰ ਜਾਣ ਕੇ ਅਸੀਂ ਬਹੁਤ ਹੀ ਦਿਲਚਸਪੀ ਨਾਲ ਅੰਦਰੋਂ ਤਨੋਂ ਮਨੋਂ ਕੰਮ ਕਰਨਾ ਸ਼ੁਰੂ ਕਰਦੇ ਹਾਂ। ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਪ੍ਰਸ਼ਨ ਆਉਂਦਾ ਹੋਏਗਾ ਜਾਂ ਆਇਆ ਹੋਏਗਾ, ਕਿਉਂਕਿ ਜਿਹੜੇ ਸਮਾਜ ਸੇਵੀ ਨੇ ਜਾਂ ਜਿਹੜੇ ਸਾਡੇ ਬੁੱਧੀਜੀਵੀ ਲੋਕ ਨੇ, ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਨੇ, ਉਹ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਭਾਰਤੀ ਸੰਵਿਧਾਨ ਨੂੰ ਪੜ੍ਹਿਆ ਜਾਵੇ, ਭਾਰਤੀ ਸੰਵਿਧਾਨ ਨੂੰ ਪੜ੍ਹਿਆ ਜਾਵੇ। ਤਾਂ ਸਾਡੇ ਮਨ ਦੇ ਵਿੱਚ ਇੱਕ ਪ੍ਰਸ਼ਨ ਪੈਦਾ ਹੁੰਦਾ। ਮੇਰੇ ਮਨ ਵਿੱਚ ਵੀ ਹੋਇਆ ਸੀ, ਹੋ ਸਕਦਾ ਤੁਹਾਡੇ ਮਨ ਵਿੱਚ ਵੀ ਹੋਇਆ ਹੋਵੇ ਜਾਂ ਹੋਇਆ ਹੋਵੇਗਾ। ਉਹ ਇਹ ਹੈ ਕਿ ਭਾਰਤੀ ਸੰਵਿਧਾਨ ਪੜ੍ਹਨਾ ਕਿਉਂ ਜ਼ਰੂਰੀ ਹੈ, ਮੌਲਿਕ ਅਧਿਕਾਰ ਕਿਉਂ ਜ਼ਰੂਰੀ ਨੇ ਜਾਣਨੇ। ਹੋਇਆ ਹੋਵੇਗਾ ਨਾ ਮਨ ਦੇ ਵਿੱਚ ਇਹ ਪ੍ਰਸ਼ਨ ਕਦੇ ਉਤਪੰਨ, ਹੋਣਾ ਵੀ ਚਾਹੀਦਾ। ਜਦੋਂ ਸਾਨੂੰ ਸੰਤੁਸ਼ਟੀ ਮਿਲ ਗਈ, ਜਦੋਂ ਸਾਨੂੰ ਇਸ ਦਾ ਉੱਤਰ ਪਤਾ ਲੱਗ ਗਿਆ, ਫਿਰ ਸਾਡੀ ਦਿਲਚਸਪੀ ਵੱਧ ਜਾਏਗੀ ਭਾਰਤੀ ਸੰਵਿਧਾਨ ਪੜ੍ਹਨ ਪ੍ਰਤੀ। ਸਾਡਾ ਮਨ ਉਦੋਂ ਹੀ ਕਰੇਗਾ, ਸਾਡਾ ਦਿਲ ਉਦੋਂ ਹੀ ਕਰੇਗਾ ਜਦੋਂ ਅਸੀਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਜਾਣ ਜਾਈਏ, ਸਮਝ ਜਾਈਏ ਵੀ ਇਸ ਤੋਂ ਕੀ ਭਾਵ ਹੈ, ਇਸ ਦਾ ਕੀ ਮਤਲਬ ਹੈ। ਭਾਰਤੀ ਸੰਵਿਧਾਨ ਪੜ੍ਹਨਾ ਕਿਉਂ ਜ਼ਰੂਰੀ ਹੈ, ਮੌਲਿਕ ਅਧਿਕਾਰ ਜਾਣਨੇ ਕਿਉਂ ਜ਼ਰੂਰੀ ਨੇ, ਔਰ ਕਿੰਨੇ ਮੌਲਿਕ ਅਧਿਕਾਰ ਨੇ, ਇਹਦੇ ਬਾਰੇ ਬੇਨਤੀ ਕਰਨੀ ਆ। ਜਦੋਂ ਤੋਂ ਸਾਡਾ ਜਨਮ ਹੋਇਆ, ਜਨਮ ਤੋਂ ਲੈ ਕੇ ਸਾਡੇ ਮਰਨ ਤੱਕ ਦੇ ਅਖੀਰਲੇ ਪਲ ਤੱਕ ਸਾਡੇ ਜਿੰਨੇ ਵੀ ਅਧਿਕਾਰ ਨੇ, ਭਾਵੇਂ ਉਹ ਮਨੁੱਖੀ ਅਧਿਕਾਰ ਹੋਣ, ਕਾਨੂੰਨੀ ਅਧਿਕਾਰ ਹੋਣ, ਸਮਾਜਿਕ ਅਧਿਕਾਰ ਹੋਣ, ਆਰਥਿਕ ਅਧਿਕਾਰ ਹੋਣ, ਰਾਜਨੀਤਿਕ ਅਧਿਕਾਰ ਹੋਣ, ਇਹ ਸਾਰੇ ਦੇ ਸਾਰੇ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਦਰਜ ਕੀਤੇ ਗਏ ਨੇ। ਅਤੇ ਇਸੇ ਲਈ ਬੇਨਤੀ ਕਰੀਦੀ ਹੈ ਕਿ ਭਾਰਤੀ ਸੰਵਿਧਾਨ ਨੂੰ ਪੜ੍ਹੋ, ਸਮਝੋ, ਆਪਣੇ ਜੀਵਨ ਦਾ ਹਿੱਸਾ ਬਣਾਓ। ਸਾਡਾ ਤਾਂ ਮਿਸ਼ਨ ਹੀ ਇਹ ਹੈ। ਸਾਡੇ ਘਰਾਂ ਦਾ ਸ਼ਿੰਗਾਰ ਗੁਰਬਾਣੀ ਅਤੇ ਸੰਵਿਧਾਨ। ਸਾਡੇ ਘਰਾਂ ਦੇ ਵਿੱਚ ਸਾਡੇ ਸਤਿਗੁਰਾਂ ਦੀ ਬਾਣੀ ਅਤੇ ਭਾਰਤੀ ਸੰਵਿਧਾਨ ਹੋਣਾ ਬਹੁਤ ਹੀ ਜ਼ਰੂਰੀ ਹੈ। ਫਿਰ ਅਸੀਂ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਬਿਲਕੁਲ ਸੁਤੰਤਰ ਹੋਵਾਂਗੇ, ਆਜ਼ਾਦ ਹੋਵਾਂਗੇ। ਸਾਨੂੰ ਕੋਈ ਵੀ ਤਾਕਤ ਗੁਲਾਮ ਨਹੀਂ ਬਣਾ ਸਕੇਗੀ। ਜੇ ਇਮਾਨਦਾਰੀ ਨਾਲ ਅਸੀਂ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਸਮਝਾਂਗੇ, ਪੜ੍ਹਾਂਗੇ, ਅੱਗੇ ਵਧਾਂਗੇ, ਅਸੀਂ ਇਸ ਦੇਸ਼ ਦੇ ਸ਼ਾਸਕ ਵੀ ਬਣ ਸਕਦੇ ਹਾਂ। ਇਹ ਤਦ ਹੀ ਹੋਏਗਾ ਜਦੋਂ ਅਸੀਂ ਗੁਰਬਾਣੀ ਅਤੇ ਸੰਵਿਧਾਨ ਨੂੰ ਪੜ੍ਹਾਂਗੇ ਤਦ ਹੀ ਜੇ ਸਾਡੇ ਘਰਾਂ ਵਿੱਚ ਹੋਣਗੇ। ਅਤੇ ਘਰਾਂ ਦੇ ਵਿੱਚ ਲੈ ਕੇ ਆਓ, ਅਤੇ ਘਰਾਂ ਦੇ ਵਿੱਚ ਜਦੋਂ ਲਿਆ ਕੇ ਪੜ੍ਹੋਗੇ, ਫਿਰ ਤੁਹਾਨੂੰ ਤੁਹਾਡੇ ਅਧਿਕਾਰਾਂ ਦਾ ਪਤਾ ਲੱਗ ਜਾਵੇਗਾ। ਇਸ ਲਈ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਭਾਰਤੀ ਸੰਵਿਧਾਨ ਪੜ੍ਹੋ, ਭਾਰਤੀ ਸੰਵਿਧਾਨ ਪੜ੍ਹੋ, ਕਿਉਂਕਿ ਤੁਹਾਡੀਆਂ ਜ਼ਮੀਨਾਂ ਦੇ ਅਧਿਕਾਰ, ਨੌਕਰੀਆਂ ਦੇ ਅਧਿਕਾਰ, ਤੁਹਾਡੇ ਹਰ ਇੱਕ ਜੀਵਨ ਦੇ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਦਰਜ ਨੇ।
इस करके भारतीय संविधान जानना जरूरी है। मैं आप जी दे नाल मौलिक अधिकारां की गलबात जो शुरू की है, जिवें पिछली तो पिछली वीडियो दे विच मौलिक अधिकारां तो की भाव है बारे गल कीती सी। पिछली वीडियो दे विच आर्टिकल 12 ਅਤੇ आर्टिकल 13 जो भारतीय संविधान दे विच दर्ज किया गया है उस बारे बेनती की सी ਅਤੇ ਇਹ भी दसिया सी कि 12 तो लैके 35 तक भारतीय संविधान नूं और मौलिक अधिकारां नूं पढ़िया जाए। जिन्हां ने वो वीडियो नहीं देखियां कृपा करके वो वीडियो जरूर देखो, फिर आप जी नूं मौलिक अधिकारां बारे लड़ीवार समझ लग जाएगी। ये दोवें वीडियो यूट्यूब ते एक पेज बनाया गया है गुरप्रीत सिंह शिमलापुरी नाम का, उहदे ते जाके तुसीं देख सकते हो। इसे वीडियो नूं भी उत्थे अपलोड किया जाएगा। सो फेसबुक ते भी पाई जाती है तां जो साडे आम समाज तक आम लोगों तक पहुँचे। हुण मौलिक अधिकार किन्ने ने, इन्हां नूं जानना क्यों जरूरी है, इहदे बारे गलबात करते हैं। 26 जनवरी 1950 नूं पूर्ण तौर पर भारत विच भारतीय संविधान लागू होया। उदों जिहड़े मौलिक अधिकार सी वो 7 सी। पहला जिहड़ा मौलिक अधिकार वो है बराबरता का अधिकार, दूजा अधिकार आज़ादी का अधिकार, तीजा अधिकार शोषण के विरुद्ध अधिकार, चौथा अधिकार धर्म की आज़ादी का अधिकार, पंजवां अधिकार पढ़ाई अते सभ्याचार का अधिकार, छेवां अधिकार इन्हां अधिकारां नूं मानण दा संविधानक अधिकार, जिहड़ा सत्तवां अधिकार वो सी जायदाद रखण दा अधिकार। मौजूदा संविधान दे विच मौलिक अधिकारां दे विच 6 मौलिक अधिकार दर्ज किए ने ते जिहड़ा 7वां है उस नूं 44वीं शोध द्वारा भारतीय संविधान के आर्टिकल 300A दे विच दर्ज कर दिता गया है। वो एक वखरा विषय है, उहदे ते आउण वाले समय में आपां गलबात करांगे। सो जिहड़े ये 6 मौलिक अधिकार ने ये सानू पता होने चाहिए ने, जिन्हां दी विचार लड़ीवार विचार भारतीय संविधान दे विचों पढ़ के आप जी दे नाल करांगा। बराबरता लई साडे पुरखियां ने जदों असीं अपने रहबरां दा इतिहास पढ़ते हैं, उन्होंने बराबरता लई संघर्ष किया। जदों तुसीं तथागत बुद्ध जी तो महात्मा बुद्ध जी तो इतिहास पढ़ते आने हो तो सम्राट अशोक जी होए, बिरादार्थ जी होए, उस तो बाद समा चलदा चलदा सतगुरु नामदेव जी, सतगुरु जयदेव जी, सतगुरु कबीर जी, सतगुरु रविदास जी, सतगुरु धन्ना जी, सतगुरु सैन जी, श्री गुरु नानक साहिब महाराज जी, श्री गुरु कबीर साहब महाराज, गुरु रविदास, अगे गुरु नानक साहिब महाराज जी तो लैके दशमेश पिता गुरु गोबिंद सिंह महाराज जी तक। उस तो बाद सिख इतिहास शुरू हो जाता पूरा, जिहदे विच शहीदियां ने, कुर्बानियां ने। उस तो बाद बहुजन महापुरखों का इतिहास, जिहदे विच महात्मा ज्योतिराव फूले जी, सवित्री बाई फूले जी, संत गाड़गे जी, नरैणा गुरु जी, बिरसा मुंडा जी, रामा स्वामी पेरियर जी और बाबा साहब डॉक्टर भीमराव अंबेडकर साहब जी खुद आ जाते हैं। शाहू छत्रपति महाराज जिन्हां दी समाज में बहुत वड्डी देन है। ये जिहड़े बहुजन महापुरख ने, इन्हां सारियां ने बराबरता लई संघर्ष किया कि सारे इंसान बराबर ने, क्योंकि इत्थे भारत की धरती ते इंसान नूं इंसान नहीं जानवर तो भी भैड़ा समझिया गया। इस करके बराबरता लई जिहड़ा साडे महापुरखों ने संघर्ष किया, कुर्बानियां कीतियां, तत्तियां तवियां ते भी बैठे बच्चे भी शहीद करवा ले, अपना आप भी कुर्बान कर दिता, चांदनी चौक दे विच शहीदी दित्ती, कुर्बानी दित्ती। ये इंसानियत लई जो संघर्ष किया सी वो बराबरता का संघर्ष सी। उस संघर्ष नूं बाबा साहब डॉक्टर भीमराव अंबेडकर साहब जी ने समझिया। फिर वो जिहड़ा बराबरता का अधिकार, बराबरता का जिहड़ा संघर्ष सी वो भारतीय संविधान दे विच दर्ज करके उहदे ते मोहर लगा दी गई कि इस अधिकार नूं कोई भी ताकत खत्म नहीं कर सकती। इस तरह ही आज़ादी का अधिकार है। असी मानसिक और सरीरक तौर पर बिल्कुल आज़ाद हाँ। ये जो भारतीय संविधान के आप लड़ीवार व्याख्या शुरू करांगे मौलिक अधिकारां दी, उहदे विच आपां गलबात करांगे।
ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਜਿਹੜਾ ਸਾਡੇ ਸਮਾਜ ਦਾ ਸ਼ੋਸ਼ਣ ਹੁੰਦਾ ਸੀ, ਸਾਡੀਆਂ ਧੀਆਂ ਭੈਣਾਂ ਦਾ ਸ਼ੋਸ਼ਣ, ਔਰਤ ਦਾ ਜ਼ਿਆਦਾ ਸ਼ੋਸ਼ਣ ਹੋਇਆ, ਅਛੂਤ ਲੋਕਾਂ ਦਾ, ਸ਼ੂਦਰ ਲੋਕਾਂ ਦਾ ਬਹੁਤ ਸਾਰਾ ਸ਼ੋਸ਼ਣ ਹੋਇਆ। ਇਹ ਸ਼ੋਸ਼ਣ ਖਤਮ ਕਰਨ ਲਈ ਕਾਨੂੰਨ ਬਣਾਏ ਗਏ, ਵਿਧੀਆਂ ਬਣਾਈਆਂ ਗਈਆਂ, ਔਰ ਇਹ ਅਧਿਕਾਰ ਵੀ ਬਾਬਾ ਸਾਹਿਬ ਨੇ ਬਣਾ ਦਿੱਤਾ ਕਿ ਤੁਹਾਡਾ ਕੋਈ ਸ਼ੋਸ਼ਣ ਨਹੀਂ ਕਰ ਸਕਦਾ। ਧਰਮ ਦੀ ਆਜ਼ਾਦੀ ਦਾ ਅਧਿਕਾਰ, ਤੁਸੀਂ ਜਿਹੜੇ ਮਰਜ਼ੀ ਧਰਮ ਦੇ ਵਿੱਚ ਜਾ ਸਕਦੇ ਹੋ, ਆ ਸਕਦੇ ਹੋ, ਰਹਿ ਸਕਦੇ ਹੋ, ਛੱਡ ਸਕਦੇ ਹੋ, ਇਹ ਤੁਹਾਨੂੰ ਅਧਿਕਾਰ ਦੇ ਦਿੱਤਾ। ਅਤੇ ਤੁਸੀਂ ਪਖੰਡ ਦੇ ਖਿਲਾਫ ਬੋਲ ਸਕਦੇ ਹੋ, ਇਹ ਵੀ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਕੀਤਾ ਗਿਆ। ਵਹਿਮਾਂ ਭਰਮਾਂ ਪਖੰਡਾਂ ਦੇ ਖਿਲਾਫ ਤੁਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ, ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ। ਫਿਰ ਪੜ੍ਹਾਈ ਅਤੇ ਸੱਭਿਆਚਾਰ ਦਾ ਅਧਿਕਾਰ, ਜਿਹੜੀ ਪੜ੍ਹਾਈ ਤੁਹਾਡੇ ਤੋਂ ਸਦੀਆਂ ਤੋਂ ਖੋਹੀ ਗਈ ਸੀ, ਕਾਨੂੰਨੀ ਤੌਰ 'ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਨੇ ਦਰਜ ਕਰ ਦਿੱਤਾ ਕਿ ਤੁਸੀਂ ਪੜ੍ਹ ਸਕਦੇ ਹੋ, ਲਿਖ ਸਕਦੇ ਹੋ, ਬੋਲ ਸਕਦੇ ਹੋ, ਸੁਣ ਸਕਦੇ ਹੋ, ਦੇਖ ਸਕਦੇ ਹੋ। ਸੱਭਿਆਚਾਰ, ਤੁਸੀਂ ਕਿਸੇ ਵੀ ਕਲਚਰ ਨੂੰ ਅਪਣਾ ਸਕਦੇ ਹੋ। ਜਿਵੇਂ ਦਾ ਤੁਹਾਡਾ ਰਹਿਣ ਸਹਿਣ ਹੋਵੇਗਾ, ਖਾਣਾ ਪੀਣਾ ਹੋਵੇਗਾ, ਇਹ ਤੁਹਾਡੇ ਸੱਭਿਆਚਾਰ ਦਾ ਹਿੱਸਾ ਮੰਨਿਆ ਜਾਏਗਾ। ਤੁਸੀਂ ਕਿਸੇ ਵੀ ਸੱਭਿਆਚਾਰ ਨੂੰ ਧਾਰਨ ਕਰ ਸਕਦੇ ਹੋ। ਇਹਨਾਂ ਅਧਿਕਾਰਾਂ ਨੂੰ ਕੋਈ ਵੀ ਤਾਕਤ ਖਤਮ ਨਾ ਕਰੇ। ਔਰ ਇਹ ਅਧਿਕਾਰ ਨੇ ਜਿਹੜੇ, ਇਹਨਾਂ ਨੂੰ ਮੰਨਣ ਦਾ ਅਧਿਕਾਰ ਦੇ ਦਿੱਤਾ। ਆਰਟੀਕਲ 32 ਅਤੇ 226 ਦਾ ਮੈਂ ਬਹੁਤ ਵਾਰ ਜ਼ਿਕਰ ਕਰ ਦਿੱਤਾ ਕਿ ਆਰਟੀਕਲ 32 ਨੇ ਮਾਣਯੋਗ ਸੁਪਰੀਮ ਕੋਰਟ ਅਤੇ ਆਰਟੀਕਲ 226 ਨੇ ਮਾਣਯੋਗ ਹਾਈ ਕੋਰਟ ਦੇ ਤੁਹਾਡੇ ਲਈ ਰਸਤੇ ਖੋਲ੍ਹ ਦਿੱਤੇ। ਜੇ ਕੋਈ ਇਹਨਾਂ ਅਧਿਕਾਰਾਂ ਨੂੰ ਖਤਮ ਕਰੇਗਾ ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਦਾਇਰ ਕਰ ਸਕਦੇ ਹੋ। ਇਹ ਅਧਿਕਾਰ ਤੁਹਾਨੂੰ ਵਾਪਸ ਮਿਲਣਗੇ ਔਰ ਦੋਸ਼ੀ ਨੂੰ ਸਜ਼ਾ ਹੋਵੇਗੀ। ਜਾਇਦਾਦ ਰੱਖਣ ਦਾ ਅਧਿਕਾਰ ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹ ਆਰਟੀਕਲ 300A ਦੇ ਵਿੱਚ ਚਲੇ ਗਿਆ। ਇਹਦੇ ਬਾਰੇ ਹੁਣ ਆਪਾਂ ਲੜੀਵਾਰ ਵਿਆਖਿਆ ਕਰਾਂਗੇ, ਲੜੀਵਾਰ ਵਿਚਾਰਾਂ ਕਰਾਂਗੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਵੀਡੀਓ ਨੂੰ ਆਮ ਤੋਂ ਆਮ ਲੋਕਾਂ ਤੱਕ ਪਹੁੰਚਾਓ। ਸਾਡੇ ਉਹ ਗਰੀਬ ਤੋਂ ਗਰੀਬ ਬੱਚੇ ਬੱਚੀਆਂ ਤੱਕ ਪਹੁੰਚਾਓ ਜਿਹੜੇ ਰੋਜ਼ ਸਵੇਰੇ ਕਮਾਉਂਦੇ ਨੇ ਅਤੇ ਸ਼ਾਮ ਨੂੰ ਖਾਂਦੇ ਨੇ। ਅਸੀਂ ਕਹਿੰਦੇ ਹਾਂ ਵੀ ਉਹ ਇਸ ਦੇਸ਼ ਦੇ ਰਾਜੇ ਬਣਨ, ਸ਼ਾਸਕ ਬਣਨ। ਜਦੋਂ ਵੀ ਕ੍ਰਾਂਤੀ ਉੱਠੀ ਹੈ ਤਾਂ ਲੋਹ ਪਦ ਤੋਂ ਉੱਠੀ ਹੈ, ਨੀਵੇਂ ਸੱਥਰ ਤੋਂ ਉੱਠੀ ਹੈ, ਅਤੇ ਜਦੋਂ ਫਿਰ ਜਾਂਦੀ ਹੈ ਨਾ ਕ੍ਰਾਂਤੀ ਉੱਪਰ ਤੱਕ ਤਾਂ ਇੱਕ ਇਤਿਹਾਸ ਬਦਲ ਦਿੰਦੀ ਹੈ, ਯੁੱਗ ਪਲਟਾ ਦਿੰਦੀ ਹੈ। ਇਸ ਲਈ ਭਾਰਤੀ ਸੰਵਿਧਾਨ ਬਾਰੇ ਸਾਰਿਆਂ ਨੂੰ ਸਮਝ ਲੱਗੇ, ਸਾਰਿਆਂ ਨੂੰ ਜਾਣਕਾਰੀ ਹੋਵੇ। ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਸਾਰੇ ਕੋਸ਼ਿਸ਼ ਕਰੀਏ। ਜਿਹੜੇ ਬੋਲ ਸਕਦੇ ਨੇ ਬੋਲ ਕੇ ਵੀਡੀਓ ਬਣਾਇਆ ਕਰੋ, ਜਿਹੜੇ ਲਿਖ ਸਕਦੇ ਨੇ ਉਹ ਲਿਖ ਕੇ ਜਾਣਕਾਰੀ ਦਿਆ ਕਰੋ। ਜਿਹੜੇ ਜਿਵੇਂ ਦੀ ਜਾਣਕਾਰੀ ਦੇਣਾ ਚਾਹੁੰਦੇ ਨੇ, ਜਿਵੇਂ ਵੀ ਦੇਣਾ ਚਾਹੁੰਦੇ ਨੇ, ਕੋਈ ਕਵਿਤਾਵਾਂ ਰਾਹੀਂ, ਕੋਈ ਲੇਖਾਂ ਰਾਹੀਂ, ਕੋਈ ਆਰਟੀਕਲਾਂ ਰਾਹੀਂ, ਕੋਈ ਵੀਡੀਓ ਰਾਹੀਂ, ਭਾਰਤੀ ਸੰਵਿਧਾਨ ਬਾਰੇ ਜੇ ਕੋਈ ਸਾਨੂੰ ਜਾਣਕਾਰੀ ਦਿੰਦਾ ਤਾਂ ਜ਼ਰੂਰ ਗ੍ਰਹਿਣ ਕਰੀਏ, ਕਿਉਂਕਿ ਇਹ ਸਾਡੇ ਇੱਕ ਜੀਵਨ ਦਾ ਹਿੱਸਾ ਹੈ। ਭਾਰਤੀ ਸੰਵਿਧਾਨ ਦੇ ਵਿੱਚ ਸਾਡੀ ਜਾਨ ਪਈ ਹੈ, ਆਜ਼ਾਦੀ ਪਈ ਹੈ। ਸਾਡੀ ਜ਼ਿੰਦਗੀ 'ਚੋਂ ਭਾਰਤੀ ਸੰਵਿਧਾਨ ਕੱਢ ਦਿੱਤਾ ਤਾਂ ਪਿੱਛੇ ਗੁਲਾਮ ਆ। ਇਸ ਵਿਸ਼ੇ 'ਤੇ ਮੈਂ ਗੱਲਬਾਤ ਕਰ ਚੁੱਕਿਆ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਭਾਰਤੀ ਸੰਵਿਧਾਨ ਦੇ ਮੂਲ ਅਧਿਕਾਰਾਂ ਦੀ ਲੜੀਵਾਰ ਵਿਆਖਿਆ ਕੀਤੀ ਜਾਏਗੀ। ਸੋ ਸਾਰਿਆਂ ਵੀਰਾਂ ਭੈਣਾਂ ਨੇ ਮੇਰਾ ਸਾਥ ਦੇਣਾ ਅਤੇ ਆਓ ਆਪਾਂ ਹੁਣ ਇਜਾਜ਼ਤ ਲਈਏ। ਅਗਲੀ ਵੀਡੀਓ ਦੇ ਵਿੱਚ ਮੌਲਿਕ ਅਧਿਕਾਰਾਂ ਨੂੰ ਲੈ ਕੇ ਹਾਜ਼ਰ ਹੋਵਾਂਗਾ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।